ਮਲੂਕਾ ਸਾਹਿਬ ਲੱਡੂ ਅੱਜ ਖਾਂਦੇ ਖਾਂਦੇ ਕਿੱਥੇ ਰਹਿ ਗਏ। ਆਇਆ ਤਾਂ ਇਹ ਆ ਵੀ ਫੋਰਟਸ ਹਸਪਤਾਲ ਦੇ ਵਿੱਚ ਅੰਮ੍ਰਿਤਸਰ ਬਿਮਾਰ ਹੈ, ਢਿੱਲੇ ਹੋ ਗਏ, ਰਾਤ ਅਚਨਚੇਤ ਉਹਨਾਂ ਦੀ ਤਬੀਅਤ ਹੋ ਵੀ ਸਕਦੀ ਹੈ ਕਿਉਂਕਿ ਪ੍ਰੈਸ਼ਰ ਦੋਨਾਂ ਪਾਸਿਆਂ ਤੋਂ ਪੈ ਗਿਆ। ਰਾਜਕੁਮਾਰ ਵੇਰਕਾ ਕਹਿੰਦੇ ਨੇ ਅਕਾਲੀ ਦਲ ਜਿਹੜਾ ਹੈਗਾ ਕਾਂਗਰਸ ਦੇ ਉੱਤੇ ਡੋਰੇ ਪਾਉਣਾ ਬੰਦ ਕਰੇ, ਆਪਣੀ ਪਾਰਟੀ ਵੱਲ ਧਿਆਨ ਦੇਵੇ, ਆਪਣੀ ਪਾਰਟੀ ਨੂੰ ਮਜ਼ਬੂਤ ਕਰੇ। ਨਹੀਂ, ਮੈਂ ਕਹਿੰਦਾ ਰਾਜਕੁਮਾਰ ਵੇਰਕਾ ਜੀ ਨੂੰ ਆਪਦੀ ਪਾਰਟੀ ਦੇ ਬੰਦਿਆਂ ਨੂੰ ਫੜ ਕੇ ਕਿਉਂ ਨਹੀਂ ਰੱਖਦੇ? ਉਹ ਭੱਜਣ ਕਿਉਂ ਦਿੰਦੇ ਨੇ? ਆਪਦੀ ਪਾਰਟੀ ਦੇ ਬੰਦੇ ਕਿਉਂ ਸੋਚਦੇ ਨੇ ਇਹ ਜਿਹੀਆਂ ਗੱਲਾਂ? ਕਿਉਂ ਉਹਨਾਂ 'ਚ ਲੋਕ ਭੱਜਦੇ ਨੇ? ਤਾਂ ਫਿਰ ਕੀ ਹੁਣ ਦਰਵਾਜ਼ੇ ਖੁੱਲੇ ਨੇ ਕਿ ਬੰਦ ਹੋ ਗਏ? ਉਹਨਾਂ ਨੂੰ ਕਹਿਣਾ ਟੀਵੀ ਦੇ ਉੱਤੋਂ ਕਿ ਹੋਰ ਭੱਜਣ ਵਾਲੇ ਆ, ਜੇ ਰੋਕੀਦੇ ਤਾਂ ਰੋਕ ਲੈ, ਰੁਕਣੇ ਵੀ ਨਹੀਂ ਹੈਗੇ, ਹੋਰ ਭੱਜਣਗੇ, ਇਦੋਂ ਵੱਡੇ ਭੱਜਣਗੇ। ਅਰਵਿੰਦ ਕੇਜਰੀਵਾਲ ਦੀ ਇਸ ਫੇਰੀ ਨੂੰ ਕਿਵੇਂ ਵੇਖਦੇ ਹੈਗੇ ਚੰਡੀਗੜ੍ਹ? ਕੇਜਰੀਵਾਲ ਤਾਂ ਗੱਪੀ ਬੰਦਾ ਹੈ, ਲਿਫਾਫੇਬਾਜ਼ੀ ਕਰਦਾ। 2022 ਦੀਆਂ ਚੋਣਾਂ ਤੋਂ ਪਹਿਲਾਂ ਵੱਖੋ-ਵੱਖ ਸਿਆਸੀ ਪਾਰਟੀਆਂ ਆਪਣਾ ਕੁਣਬਾ ਮਜ਼ਬੂਤ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੁੰਦਾ ਹੈ, ਉੱਥੇ ਹੀ ਹੁਣ ਚਰਚਾਵਾਂ ਇਹ ਵੀ ਚੱਲ ਰਹੀਆਂ ਸੀ ਕਿ ਅਸ਼ਵਨੀ ਸੇਖੜੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਹਾਲਾਂਕਿ ਪਾਰਟੀ ਦਫ਼ਤਰ ਦੇ ਵਿੱਚ ਟੈਂਟ ਵੀ ਲੱਗ ਗਏ ਸੀ, ਕੁਰਸੀਆਂ ਵੀ ਲਗਾ ਦਿੱਤੀਆਂ ਗਈਆਂ ਸੀ, ਪਰ ਅਸ਼ਵਨੀ ਸੇਖੜੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਔਰ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਉਣਾ ਪੈਂਦਾ ਹੈ। ਹਾਲਾਂਕਿ ਕਿਹੜੇ ਕਾਰਨ ਰਹੇ ਕਿ ਅਸ਼ਵਨੀ ਸੇਖੜੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਂਟਰੀ ਦੇ ਉੱਤੇ ਫੁੱਲ ਸਟਾਪ ਲੱਗ ਗਿਆ ਹੈ? ਸਾਡੇ ਨਾਲ ਸਿਕੰਦਰ ਸਿੰਘ ਮਲੂਕਾਣੀ ਮੌਜੂਦ ਨੇ। ਮਲੂਕਾ ਸਾਹਿਬ, ਲੱਡੂ ਅੱਜ ਖਾਂਦੇ ਖਾਂਦੇ ਕਿੱਥੇ ਰਹਿ ਗਏ ਕਿ ਅਸ਼ਵਨੀ ਸੇਖੜੀ ਹੁਣੀ ਪਹੁੰਚੇ? ਵੇਖੋ, ਚਲੋ ਕੋਈ ਕਾਰਨ ਹੋ ਗਿਆ ਹੋਇਆ। ਉਹ ਆਇਆ ਤਾਂ ਇਹ ਆ ਵੀ ਫੋਰਟਸ ਹਸਪਤਾਲ ਦੇ ਵਿੱਚ ਅੰਮ੍ਰਿਤਸਰ ਬਿਮਾਰ ਹੈ, ਢਿੱਲੇ ਹੋ ਗਏ, ਰਾਤ ਅਚਨਚੇਤ ਉਹਨਾਂ ਦੀ ਤਬੀਅਤ ਹੋ ਵੀ ਸਕਦੀ ਹੈ ਕਿਉਂਕਿ ਪ੍ਰੈਸ਼ਰ ਦੋਨਾਂ ਪਾਸਿਆਂ ਤੋਂ ਪੈ ਗਿਆ। ਇੱਧਰ ਆਉਣ ਦਾ ਮਨ ਬਣਾ ਲਿਆ, ਉਹਨਾਂ ਨੇ ਦਬਾਅ ਵਧਾ ਲਿਆ। ਕੋਈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਅਸਲ ਗੱਲ ਕੀ ਹੈਗੀ ਹੈ। ਪਰ ਲੱਡੂ ਤੇ ਇੱਥੇ ਤਾਂ ਰੋਜ਼ ਹੀ ਵੰਡੀ ਦੇ ਆ, ਰੋਜ਼ ਹੀ ਰਲਦੇ ਆ ਬੰਦੇ। ਅੱਜ ਵੀ ਰਲੇ ਨੇ, ਉਹ ਵੀ ਹੋਰ ਵੀ ਰੋਜ਼ ਹੀ ਹੁੰਦਾ ਇਹ ਕੰਮ। ਆਉਣ ਵਾਲੇ ਸਮੇਂ 'ਚ ਇਦੋਂ ਜ਼ਿਆਦਾ ਹੋਏਗਾ, ਬਹੁਤ ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜ਼ਿੰਮੇਵਾਰ ਲੀਡਰ, ਵਰਕਰ, ਹੋਰ ਸਾਰੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਹ ਤਾਂ ਇੱਥੇ ਰੋਜ਼ ਦਾ ਕੰਮ ਹੀ ਹੈ, ਕੋਈ ਫਰਕ ਨਹੀਂ ਪੈਂਦਾ। ਇੱਕ ਆਇਆ ਨਹੀਂ ਆਇਆ ਤਾਂ ਕੋਈ ਏਡੀ ਗੱਲ ਨਹੀਂ। ਹਾਲਾਂਕਿ ਤਿਆਰੀਆਂ ਪੂਰੀਆਂ ਕਰ ਲਿੱਤੀਆਂ ਗਈਆਂ ਸੀ, ਟੈਂਟ ਵੀ ਲੱਗ ਗਏ ਸੀ, ਕੁਰਸੀਆਂ ਵੀ ਲੱਗ ਗਈਆਂ ਸੀਗੀਆਂ, ਪਰ ਅਸ਼ਵਨੀ ਸੇਖੜੀ ਉਹਨਾਂ ਦੀ ਐਂਟਰੀ ਦੇ ਉੱਤੇ ਜਿਹੜਾ ਹੈਗਾ ਉਹ ਪੌਜ਼ ਕਿਤੇ ਨਾ ਕਿਤੇ ਆ ਗਿਆ। ਔਰ ਰਾਜਕੁਮਾਰ ਵੇਰਕਾ ਕਹਿੰਦੇ ਨੇ ਅਕਾਲੀ ਦਲ ਜਿਹੜਾ ਹੈਗਾ ਕਾਂਗਰਸ ਦੇ ਉੱਤੇ ਡੋਰੇ ਪਾਉਣਾ ਬੰਦ ਕਰੇ, ਆਪਣੀ ਪਾਰਟੀ ਵੱਲ ਧਿਆਨ ਦੇਵੇ, ਆਪਣੀ ਪਾਰਟੀ ਨੂੰ ਮਜ਼ਬੂਤ ਕਰੇ, ਕਾਂਗਰਸ ਵੱਲ ਧਿਆਨ ਦੇਣਾ ਉਹ ਬੰਦ ਕਰੇ। ਨਹੀਂ, ਮੈਂ ਕਹਿੰਦਾ ਰਾਜਕੁਮਾਰ ਵੇਰਕਾ ਜੀ ਨੂੰ ਆਪਦੀ ਪਾਰਟੀ ਦੇ ਬੰਦਿਆਂ ਨੂੰ ਫੜ ਕੇ ਕਿਉਂ ਨਹੀਂ ਰੱਖਦੇ? ਉਹ ਭੱਜਣ ਕਿਉਂ ਦਿੰਦੇ ਨੇ? ਆਪਦੀ ਪਾਰਟੀ ਦੇ ਬੰਦੇ ਕਿਉਂ ਸੋਚਦੇ ਨੇ ਇਹ ਜਿਹੀਆਂ ਗੱਲਾਂ? ਕਿਉਂ ਉਹਨਾਂ 'ਚ ਲੋਕ ਭੱਜਦੇ ਨੇ? ਭੱਜਦੇ ਕਦੋਂ ਹੁੰਦੇ ਨੇ ਲੋਕ? ਜਦੋਂ ਪਾਰਟੀ ਦੀ ਮਾੜੀ ਹਾਲਤ ਹੋ ਜੇ, ਪਾਰਟੀ 'ਚ ਕੋਈ ਸੁਣਵਾਈ ਨਾ ਹੋਵੇ, ਪਾਰਟੀ ਨੂੰ ਕੋਈ ਪੁੱਛਦਾ ਨਾ ਹੋਵੇ, ਉਦੋਂ ਲੋਕ ਭੱਜਦੇ ਹੁੰਦੇ ਨੇ। ਨਹੀਂ ਤਾਂ ਪਾਰਟੀ 'ਚੋਂ ਭੱਜਦੇ ਹੀ ਨਹੀਂ ਲੋਕ। ਤੇ ਉਹ ਆਪਦੀ ਪਾਰਟੀ ਨੂੰ ਸਾਂਭ ਕੇ ਰੱਖਣ, ਸਾਨੂੰ ਮਤ ਕਿਉਂ ਦਿੰਦੇ ਨੇ? ਉਹ ਆਪਦੀ ਪਾਰਟੀ ਨੂੰ ਸਾਂਭ ਕੇ ਕਿਉਂ ਨਹੀਂ ਰੱਖਦੇ? ਉਹਨਾਂ ਦੀ ਪਾਰਟੀ 'ਚੋਂ ਬੰਦੇ ਭੱਜਦੇ ਕਿਉਂ ਨੇ? ਪਾਰਟੀ ਦੇ ਵਿੱਚ ਸਾਂਭ ਲਿੱਤਾ ਸੀ ਔਰ ਕਾਂਗਰਸੀ ਹੈਗੇ ਨੇ, ਕਾਂਗਰਸੀ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਰ ਲਈ, ਰਾਹੁਲ ਗਾਂਧੀ ਨੂੰ ਵੀ ਕਹਿੰਦੇ ਬੁਲਾ ਲਿੱਤਾ। ਤਾਂ ਫਿਰ ਕੀ ਹੁਣ ਦਰਵਾਜ਼ੇ ਖੁੱਲੇ ਨੇ ਕਿ ਬੰਦ ਹੋ ਗਏ? ਚਲੋ ਇਹ ਸਾਡੇ ਦਰਵਾਜ਼ੇ ਤਾਂ ਜਿਹੜਾ ਆਉਂਦਾ ਜੀ ਆਉਂਦਿਆਂ ਨੂੰ ਸਾਰਿਆਂ ਵਾਸਤੇ ਖੁੱਲੇ ਨੇ। ਉਹ ਹੋਰ ਭੱਜਣ ਵਾਲੇ ਆਉਣ ਵਾਲੇ ਸਮੇਂ 'ਚ ਮੈਂ ਦੱਸ ਦਿੰਦਾ, ਅੱਜ ਉਹਨਾਂ ਨੂੰ ਕਹਿਣਾ ਟੀਵੀ ਦੇ ਉੱਤੋਂ ਕਿ ਹੋਰ ਭੱਜਣ ਵਾਲੇ ਆ, ਜੇ ਰੋਕੀਦੇ ਤਾਂ ਰੋਕ ਲੈ, ਰੁਕਣੇ ਵੀ ਨਹੀਂ ਹੈਗੇ, ਹੋਰ ਭੱਜਣਗੇ, ਇਦੋਂ ਵੱਡੇ ਭੱਜਣਗੇ। ਕਿਹੜੇ ਲਿਸਟ ਦੇ ਵਿੱਚ ਹੈਗੇ? ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ, ਮਾਲਵੇ ਦੇ ਵਿੱਚ? ਨਹੀਂ, ਇਹ ਅੱਗੇ ਡਿਸਕੋਇਲ ਪਹਿਲਾਂ ਕਰਤਾ, ਇੰਨਾ ਚਿਰ ਕਰਕੇ ਆ ਪ੍ਰੋਬਲਮ ਆਈ ਹੈ। ਇਹ ਨਹੀਂ ਹੋਏਗੀ, ਤੁਹਾਨੂੰ ਉਦੋਂ ਹੀ ਪਤਾ ਲੱਗੂਗਾ ਵੀ ਆ ਜਾਓ, ਸਰੋਪੇ ਪਾਉਨੇ ਆ ਜਾਓ। ਲੱਗਦਾ ਇਹ ਵਾਲੀ ਦਿੱਕਤ ਵੀ ਤਾਂ ਹੀ ਆਈ ਹੈ ਕਿਉਂਕਿ ਪਹਿਲਾਂ ਡਿਸਕਲੋਜ਼ ਹੋ ਗਿਆ ਸੀਗਾ, ਪਹਿਲਾਂ ਹੀ ਇਹ ਚਰਚਾਵਾਂ ਚੱਲ ਪਈਆਂ ਸੀ। ਜੋ ਅਸੀਂ ਵੇਖਦੇ ਸੀ ਅਸ਼ਵਨੀ ਸੇਖੜੀ ਉਹਨਾਂ ਦਾ ਵੀ ਰੋ ਨਜ਼ਰ ਆਉਂਦਾ ਸੀਗਾ, ਆਪਣੀ ਪਾਰਟੀ ਦੇ ਖਿਲਾਫ ਬਗਾਵਤ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਸੀਗੀ ਔਰ ਇਹ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਆ ਸਕਦੇ ਨੇ। ਕਿਹਾ ਸੀ ਵੀ ਤੁਸੀਂ ਕੇਰਾ 5-10 ਬੰਦੇ ਆ ਕੇ ਸਰੋਪੇ ਪਵਾ ਲਓ। ਉਹਦਾ ਆਪਦਾ ਮਨ ਸੀ ਜੀ ਮੈਂ ਵੱਡਾ ਇਕੱਠ ਕਰਕੇ ਮੈਂ ਸਰੋਪਾ ਲੈਣਾ, ਮੈਂ ਜ਼ਿਆਦਾ ਇਕੱਠ ਕਰਕੇ ਲੈ ਕੇ ਜਾਊਂਗਾ। ਉਹਦੀ ਇਹ ਗੱਲ ਹੀ ਸੀਗੀ, ਸਾਡੇ ਵੱਲੋਂ ਨਹੀਂ ਸੀ। ਅਸੀਂ ਤਾਂ ਕਿਹਾ ਸੀ 10 ਵਰਕਰ ਆ ਜਾਓ ਇੱਥੇ ਤਾਂ ਆਪਾਂ ਕੇਰਾ ਸਰੋਪਾ ਪਾ ਦਈਏ, ਫਿਰ ਬਟਾਲੇ ਇਕੱਠ ਕਰ ਲਾਂਗੇ। ਪਰ ਇਹ ਉਹ ਚਰਚ ਉਹਦੀ ਸੀ, ਇਕੱਠ ਕਰਨ ਵਾਲੀ ਸੀ। ਕਿੰਨਾ ਇਕੱਠ ਅੱਜ ਕਿਹਾ ਗਿਆ ਸੀਗਾ? ਅਸ਼ਵਨੀ ਸੇਖੜੀ ਕਿੰਨਾ ਕੁ ਆਪਣਾ ਇੱਥੇ ਕਾਡਰ ਜਿਹੜਾ ਹੈਗਾ ਉਹ ਲੈ ਕੇ ਪਹੁੰਚ ਰਹੇ ਸੀ? ਐਸੇ ਵੀ ਘੱਟੋ ਘੱਟ ਮੈਂ ਜਿਹੜਾ ਸਰਗਰਮ ਵਰਕਰ ਹੈ ਕੋਈ 500 ਦੇ ਲਗਭਗ ਤਾਂ ਇੱਥੇ ਲੈ ਕੇ ਆਉਂਗਾ ਮੈਂ ਆਪਦਾ, ਜਿਹੜਾ ਘੱਟੋ ਘੱਟ ਜਿਹੜਾ ਹੈਗਾ ਸੀ 500 ਦਾ ਤਾਂ ਟੀਚਾ ਉਹਨੇ ਮਿਥਿਆ ਸੀ। ਉਹ ਤੋਂ ਵੱਧ ਵੀ ਕਹਿੰਦਾ ਸੀ, ਚਲੋ ਅਸੀਂ 500 ਲਾਉਂਦੇ ਸੀ, ਇਹ ਤਾਂ ਉਹਨੇ ਕਿਹਾ ਸੀ। ਤਾਂ ਪਾਰਟੀ 'ਚ ਹਾਲਾਂਕਿ ਸ਼ਾਮਲ ਹੋਣਾ ਸੀਗਾ ਇੱਕ ਤਰੀਕੇ ਨਾਲ, ਤੁਹਾਡੀ ਪਾਰਟੀ ਦੇ ਹੀ ਆ, ਤੁਹਾਡੇ ਪਰਿਵਾਰ ਦੇ ਹੀ ਉਹ ਜੀ ਬਣਨ ਜਾ ਰਹੇ ਸੀਗੇ। ਤਾਂ ਹੁਣ ਕੋਈ ਹਾਲ ਚਾਲ ਪੁੱਛ ਕੇ ਆਇਆ ਅੰਮ੍ਰਿਤਸਰ ਕਿਵੇਂ ਹੈਗੇ ਨੇ? ਉਹ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ, ਕਿ ਉਹਨਾਂ ਦਾ ਹਾਲ ਚਾਲ ਪੁੱਛਿਆ? ਫੋਨ ਦੇ ਉੱਤੇ ਕੋਈ ਗੱਲਬਾਤ ਹੋਈ ਹੈ? ਇਹਦੇ ਬਾਰੇ ਵੇਖੋ, ਕਿਉਂਕਿ ਉਹਨਾਂ ਨੇ ਜਿਹੜਾ ਰਲਣਾ ਸੀ ਉਹ ਗੱਲ ਪ੍ਰਧਾਨ ਜੀ ਦੇ ਨਾਲ ਹੀ ਉਹਨਾਂ ਦੀ ਹੋਈ ਵੀ ਸੀ, ਜਾਂ ਅੰਮ੍ਰਿਤਸਰ ਦੇ ਲੀਡਰਾਂ ਨਾਲ ਹੋਈ ਵੀ ਸੀ। ਇਹ ਗੱਲ ਤਾਂ ਹੁਣ ਅੰਮ੍ਰਿਤਸਰ ਦੇ ਲੀਡਰਾਂ ਨੂੰ ਪਤਾ ਹੋਊਗਾ। ਪਤਾ ਤਾਂ ਵੈਸੇ ਵੀ ਅਸੀਂ ਇਨਸਾਨੀਅਤ ਦੇ ਤੌਰ ਤੇ ਕੋਈ ਪਾਰਟੀ ਸ਼ਾਮਲ ਹੋਵੇ ਨਾ ਹੋਵੇ, ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਤੇ ਉਹਦਾ ਇਨਸਾਨੀਅਤ ਦੇ ਤੌਰ ਤੇ ਪਤਾ ਤਾਂ ਕਰ ਲੈਣੇ ਹੁੰਦੇ ਆ, ਕੋਈ ਏਡੀ ਗੱਲ ਨਹੀਂ। ਪਤਾ ਕਰਨਾ ਤਾਂ ਕੋਈ ਮਾੜੀ ਚੀਜ਼ ਨਹੀਂ ਹੁੰਦੀ। ਕੀ ਲੱਗਦਾ ਹੈਗਾ ਕਿ ਪ੍ਰੈਸ਼ਰ ਕਿਹੜਾ ਜ਼ਿਆਦਾ ਪੈ ਗਿਆ ਸੀ? ਅਕਾਲੀ ਦਲ ਵਾਲਾ ਜ਼ਿਆਦਾ ਪ੍ਰੈਸ਼ਰ ਟੈਨਸ਼ਨ 'ਚ ਲੈ ਗਏ ਕਿ ਕਾਂਗਰਸ ਵਾਲਾ ਪ੍ਰੈਸ਼ਰ ਜ਼ਿਆਦਾ ਟੈਨਸ਼ਨ ਦੇ ਵਿੱਚ ਹੋ ਗਿਆ?
ਦੇਖੋ ਪ੍ਰੈਸ਼ਰ ਤਾਂ ਦੋਨੀ ਪਾਸੇ ਪੈਂਦਾ ਹੈ। ਜੇ ਇੱਧਰ ਬੰਦਾ ਫੈਸਲਾ ਕਰ ਚੁੱਕਿਆ ਕਿ ਮੈਂ ਹੁਣ ਪਾਰਟੀ ਛੱਡ ਕੇ ਦੂਜੀ ਪਾਰਟੀ ਜਾ ਵੜਨਾ ਹੈ, ਤੇ ਫਿਰ ਉੱਤੋਂ ਦਬਾਅ ਪੈ ਜੇ ਵੀ ਨਹੀਂ ਜਾਣ ਦੇਣਾ ਤੈਨੂੰ, ਚੱਲ ਤੇਰੀਆਂ ਗੱਲਾਂ ਅਸੀਂ ਮੰਨ ਲੈਂਦੇ ਹਾਂ ਸਾਰੀਆਂ, ਤੇ ਫਿਰ ਪ੍ਰੈਸ਼ਰ ਤਾਂ ਦੋਨਾਂ ਪਾਸਿਆਂ ਤੋਂ ਹੀ ਹੋ ਗਿਆ। ਬੰਦੇ ਦੇ ਮਨ ਤੇ ਕਈ ਵਾਰੀ ਬੋਝ ਪੈ ਜਾਂਦਾ। ਮਨ ਬਣਾ ਲਿੱਤਾ ਸੀਗਾ ਅਸ਼ਵਨੀ ਸੇਖਣੀ ਨੇ ਪੂਰੇ ਤਰੀਕੇ ਨਾਲ, ਹੁਣ ਲੱਗਦਾ ਕਿ ਉਸੇ ਦੇ ਉੱਤੇ ਕਾਇਮ ਰਹਿਣਗੇ ਜਾਂ ਫਿਰ ਲੱਗਦਾ ਕਿ ਅਜੇ ਹੁਣ ਡਾਮਾਡੋਲ ਹੁੰਦਾ ਹੋਇਆ? ਹੁਣ ਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਹਿਲਾਂ ਪੱਕਾ ਬਣਾਇਆ ਹੋਇਆ ਸੀ। ਅੱਛਾ, ਕੱਲ ਅਰਵਿੰਦ ਕੇਜਰੀਵਾਲ ਆ ਰਹੇ ਨੇ, ਕਹਿੰਦੇ ਵੱਡੇ ਐਲਾਨ ਕਰਨ ਜਾ ਰਹੇ ਹੈਗੇ ਆ, ਮੁਫਤ ਬਿਜਲੀ ਜਿਹੜੀ ਹੈਗੀ ਉਹ ਦਿੱਤੀ ਜਾਊਗੀ, ਮਹਿਲਾਵਾਂ ਦੇ ਵਾਸਤੇ ਵੱਡੇ ਐਲਾਨ ਹੋਣ ਜਾ ਰਹੇ ਹੈਗੇ ਨੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਐਲਾਨ ਕੀਤਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਵੀ ਬਿਜਲੀ ਜਿਹੜੀ ਹੈਗੀ ਮੁਫਤ ਦੇਵਾਂਗੇ। ਅਰਵਿੰਦ ਕੇਜਰੀਵਾਲ ਦੀ ਇਸ ਫੇਰੀ ਨੂੰ ਕਿਵੇਂ ਵੇਖਦੇ ਹੈਗੇ ਚੰਡੀਗੜ੍ਹ? ਨਹੀਂ, ਅਰਵਿੰਦ ਕੇਜਰੀਵਾਲ ਤਾਂ ਹੁਣ ਆ ਕੇ ਕਹਿੰਦਾ ਪਤਾ ਨਹੀਂ ਦੇਊਗਾ ਪਤਾ ਨਹੀਂ ਦੇਊਗਾ। ਅਸੀਂ ਤਾਂ 97 ਤੋਂ ਲੈ ਕੇ ਮੋਟਰਾਂ ਦੀ ਬਿਜਲੀ ਕਿਸਾਨਾਂ ਨੂੰ ਫ੍ਰੀ ਦੇ ਰਹੇ ਹਾਂ। ਕਿੱਡੀ ਵੱਡੀ ਇੱਕ ਮੋਟਰ ਮਗਰ 1 ਲੱਖ ਰੁਪਏ ਦੀ ਬਿਜਲੀ ਸਾਲ ਦੀ ਅਸੀਂ ਫ੍ਰੀ ਦਿੰਦੇ ਹਾਂ ਕਿਸਾਨ ਨੂੰ। 200 ਯੂਨਿਟ ਅਸੀਂ ਪਰ ਮੰਥ ਬਿੱਲ ਦੇ ਮਗਰ ਦਲਿਤ ਭਰਾਵਾਂ ਨੂੰ ਦਿੰਦੇ ਹਾਂ। ਅਸੀਂ ਬੈਕਵਰਡ ਕਲਾਸਾਂ ਨੂੰ ਕਰਤੀ ਸੀ 200 ਯੂਨਿਟ। ਤੇ ਇੰਨੀ ਬਿਜਲੀ ਤਾਂ ਫ੍ਰੀ ਹੈ ਨਹੀਂ ਕਿ ਦਿੱਲੀ 'ਚ ਕਾਂਗਰਸ ਕੇਜਰੀਵਾਲ ਦੀ ਤਾਂ। ਕੇਜਰੀਵਾਲ ਤਾਂ ਗੱਪੀ ਬੰਦਾ, ਲਿਫਾਫੇਬਾਜ਼ੀ ਕਰਦਾ। ਹੁਣ ਵੀ ਉਹ ਆ ਕੇ ਇਹ ਕਹੂਗਾ, ਤੁਸੀਂ ਪੁੱਛੋ ਸਕਾਂ ਦੀ ਕਿ ਜੀ ਮੈਂ ਬਿਜਲੀ ਫ੍ਰੀ ਕਰ ਦੂੰ ਗਰੀਬਾਂ ਦੀ, ਐ ਨਹੀਂ ਦੱਸੂਗਾ ਮੈਂ ਕਿੰਨੀ ਕਰ ਦੂੰਗਾ, ਕਿਵੇਂ ਕਰੂੰਗਾ। ਮੈਂ ਫਿਰ ਪਾਣੀ ਫ੍ਰੀ ਕਰ ਦੂੰਗਾ ਜੀ, ਐ ਨਹੀਂ ਦੱਸੂ। ਦਿੱਲੀ 'ਚ ਉਹਨੇ ਬਿਜਲੀ ਫ੍ਰੀ ਕੀਤੀ ਹੈ 200 ਜਾਂ 250 ਯੂਨਿਟ ਹੈਗੀ ਫ੍ਰੀ ਕੀਤੀ। ਉਦੋਂ ਬਾਅਦ ਜੇ 1 ਯੂਨਿਟ ਵੀ ਵੱਧ ਜਾਂਦੀ ਹੈ ਫਿਰ ਸਾਰੀ ਦਾ ਬਿੱਲ ਲਾ ਦਿੰਦੇ ਆ। ਇਵੇਂ ਪਾਣੀ 4000 ਲੀਟਰ ਪਤਾ ਨਹੀਂ 3500 ਲੀਟਰ ਕੀਤਾ, ਉਹਦਾ ਜੇ ਜ਼ਿਆਦਾ 1 ਲੀਟਰ ਵੀ ਟੱਪ ਗਿਆ ਤਾਂ ਫਿਰ ਸਾਰੇ ਦਾ ਬਿੱਲ ਦੇਣਾ ਪੈਂਦਾ। ਸੋ ਇਹੋ ਜਿਹੇ ਡਰਾਮੇਬਾਜ਼ ਆ, ਉਹ ਡਰਾਮੇਬਾਜ਼ੀਆਂ ਕਰਨੀਆਂ ਉਹਨਾਂ ਨੂੰ ਬਹੁਤ ਆਉਂਦੀਆਂ। ਝੂਠ ਤਪਾਨ ਭਰ ਕੇ ਕੇਰਾਂ ਵੋਟਾਂ ਲੈ ਜਾਓ, ਫਿਰ ਵੇਖੀ ਜਾਓ ਜਿਹੜਾ ਕੁਛ ਹੋਣਾ। ਦਿੱਲੀ ਦੇ ਵਿੱਚ ਤਾਂ ਹਲੇ ਐਡੀ ਵੱਡੀ ਰਾਜਧਾਨੀ ਹੈ, ਪੈਸੇ ਦੀ ਉੱਥੇ ਕਮੀ ਕੋਈ ਨਹੀਂ, ਸਰਪਲਸ ਮਨੀ ਹੈ ਸਟੇਟ ਜਿਹੜੀ ਦਿੱਲੀ। ਤੇ ਸੜਕਾਂ ਤਾਂ ਹਲੇ ਦਿੱਲੀ ਦੇ ਆਸੇ-ਪਾਸੇ ਕੱਚੀਆਂ ਨੇ, ਟੁੱਟੀਆਂ ਨੇ, ਗਾਰਾ ਹੈ, ਉਹ ਤਾਂ ਕਰ ਨਹੀਂ ਸਕਿਆ ਠੀਕ ਹੈ 6-7 ਸਾਲਾਂ 'ਚ। ਤੇ ਇੱਥੇ ਆ ਕੇ ਐਡੀ ਛੇਤੀ ਕਿਵੇਂ ਕਰ ਦੂਗਾ? ਪੰਜਾਬ ਦੀ ਤਾਂ ਹਾਲਤ ਵੀ ਇੰਨੀ ਬਾਹਲੀ ਵਧੀਆ ਨਹੀਂ ਹੈਗੀ, ਦਿੱਲੀ ਦੇ ਮੁਕਾਬਲੇ ਕੋਈ ਚੰਗੀ ਨਹੀਂ ਹੈਗੀ। ਅੱਜ ਕੁੰਵਰ ਵਿਜੇ ਪ੍ਰਤਾਪ ਦਾ ਵੀ ਵਿਰੋਧ ਕਰਨ ਵਾਸਤੇ ਅਕਾਲੀ ਦਲ ਵਾਲੇ ਪਹੁੰਚੇ ਹੈਗੇ ਨੇ। ਉੱਥੇ ਹੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਹੁਣ ਨਿਸ਼ਾਨੇ ਜਿਹੜੀ ਹੈਗੀ ਹੈ ਉਹ ਕੱਸਦੀ ਹੋਈ ਨਜ਼ਰ ਆ ਰਹੀ ਹੈ। ਕਹਿ ਰਹੀ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪ ਬੇਅਦਬੀ ਕਰਾਈ ਹੈਗੀ ਆ, ਔਰ ਗੱਲ ਜਿਹੜੀ ਹੈਗੀ ਆ ਉਹ ਇੱਥੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਪਹੁੰਚ ਕੇ ਗੱਲ ਕਰਦੇ ਨੇ, ਬੇਅਦਬੀ ਦੀ ਗੱਲ ਕਰਦੇ ਨੇ, ਨਸ਼ੇ ਦੀ। ਵੇਖੋ, ਕੁੰਵਰ ਵਿਜੇ ਪ੍ਰਤਾਪ ਬਹੁਤ ਡਰਾਮੇਬਾਜ਼ ਬੰਦਾ ਹੈ। ਇਹਦੀ ਸਾਰੀ ਤੁਸੀਂ ਸਰਵਿਸ ਵੇਖੋ, ਡਰਾਮੇਬਾਜ਼ੀ ਨਿਕਲੂਗੀ। 2-3 ਵਾਰੀ ਤਾਂ ਕੋਰਟ ਇਹਨੂੰ ਜੁਰਮਾਨਾ ਕਰ ਹਟੀ ਹੈ। ਹੁਣ ਵੀ ਜੇ ਕੋਈ ਹੋਰ ਬੰਦਾ ਹੁੰਦਾ ਸ਼ਰਮ ਨਾਲ ਡੁੱਬ ਮਰਦਾ, ਜਿੰਨੀਆਂ ਟਿੱਪਣੀਆਂ ਹਾਈ ਕੋਰਟ ਦੇ ਜੱਜ ਨੇ ਇਹਦੇ ਖਿਲਾਫ ਦਿੱਤੀਆਂ ਨੇ। ਹੁਣ ਇੱਕ ਸਮਗਲਰ ਫੜਿਆ ਗਿਆ, ਪਹਿਲਾਂ ਉਹ ਕਾਂਗਰਸ 'ਚ ਪਾਰਟੀ ਸੀਗਾ। ਜਦੋਂ ਉਦੋਂ ਇਹਦੇ ਨਾਲ ਬੜੀ ਨੇੜਤਾ ਹੁੰਦੀ ਸੀ ਉਹਦੀ। ਜਦੋਂ ਇਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ, ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਹੁਣ 16 ਕਰੋੜ ਦੀ ਪਤਾ ਨਹੀਂ ਕਿੰਨੇ ਦੀਆਂ ਗੋਲੀਆਂ ਗਾਲੀਆਂ ਫੜੀਆਂ ਗਈਆਂ, ਪਰਚਾ ਹੋਇਆ ਉੱਤੇ ਦਰਜ। ਤੇ ਹੁਣ ਫਿਰ ਇਹ ਕਿਹੜੇ ਮੂੰਹ ਨਾਲ ਕਹਿੰਦਾ ਅਸੀਂ ਸਾਫ਼ ਸੁਥਰੀਆਂ ਗੱਲਾਂ ਕਰਾਂਗੇ ਪੰਜਾਬ ਦੇ ਵਿੱਚ। ਦੋਸਤੀਆਂ ਸਵਾਗਤ ਵੀ ਉਹਨੇ ਕੀਤਾ ਇਹਦਾ ਜਦੋਂ ਛੱਡ ਕੇ ਆਇਆ, ਅਸਤੀਫਾ ਦੇ ਕੇ ਆਇਆ। ਇਹੋ ਜਿਹੇ ਬੰਦੇ ਜੇ ਪਾਲੇ ਹੋਏ ਆ ਸਮਗਲਰ ਏਡੇ ਵੱਡੇ ਜਿਹੜੇ ਕਰੋੜਾਂ ਦਾ ਡਰੱਗ ਦਾ ਬਿਜ਼ਨਸ ਕਰਦੇ ਨੇ, ਤੇ ਫਿਰ ਭਲਵਾਨ ਸੀ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਜਿਹੜਾ ਨਸ਼ੇ ਦਾ ਕਨੈਕਸ਼ਨ ਹੈ ਉਹ ਪੁਲਿਸ ਤੇ ਸਮਗਲਰਾਂ ਦਾ ਇਕੱਠਾ ਹੈ। ਜੇ ਟੁੱਟ ਜੇ ਤਾਂ ਹੱਥ ਨੂੰ ਨਸ਼ਾ ਬੰਦ ਹੋ ਜਾਊਗਾ। ਜੇ ਪੁਲਿਸ ਚਾਹਵੇ ਤਾਂ 1 ਘੰਟੇ ਬਾਅਦ ਹੀ ਬੰਦ ਕਰ ਦੂ, ਨਸ਼ਾ ਕਿਤੇ ਵਿਕ ਹੀ ਨਹੀਂ ਸਕਦਾ। ਸਾਰਾ ਨਸ਼ਾ ਤਾਂ ਵਿਕਦਾ ਹੀ ਪੁਲਿਸ ਦੀ ਮਰਜ਼ੀ ਨਾਲ ਹੈ। ਝਾਰਖੰਡ ਦੇ ਵਿੱਚ ਅੱਜ ਈਟੀਟੀ ਟੈਟ ਪਾਸ ਅਧਿਆਪਕ ਜਿਹੜੇ ਹੈਗੇ ਨੇ ਉਹ ਸਿਸਮਾ ਫਾਰਮ ਹਾਊਸ ਦੇ ਬਾਹਰ ਪਹੁੰਚ ਗਏ। ਹਾਲਾਂਕਿ ਮੈਨੂੰ ਲੱਗਦਾ ਹੈ ਕੋਈ ਵੀ ਸਿਆਸੀ ਪਾਰਟੀ ਅੱਜ ਤੱਕ ਕਦੀ ਸਿਸਮਾ ਫਾਰਮ ਹਾਊਸ ਤੱਕ ਨਹੀਂ ਪਹੁੰਚ ਪਾਈ ਸੀ, ਬਟ ਆਹ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਹਿੰਮਤ ਦਿਖਾਈ ਔਰ ਉੱਥੇ ਪਹੁੰਚ ਗਏ। ਉੱਥੇ ਫਿਰ ਉਹਨਾਂ ਦੇ ਨਾਲ ਜਿਹੜਾ ਹੈਗਾ ਕੁੱਟਮਾਰ ਵੀ ਹੋਈ ਹੈਗੀ, ਉਹਨਾਂ ਨੂੰ ਬੱਸਾਂ ਦੇ ਵਿੱਚ ਭਰ ਕੇ ਜਿਹੜਾ ਹੈਗਾ ਡਿਟੇਨ ਕੀਤਾ ਗਿਆ। ਕਿਵੇਂ ਵੇਖਦੇ ਹੈਗੇ ਹੋ? ਭਾਵੇਂ ਸਰਕਾਰਾਂ ਅਕਾਲੀ ਦਲ ਦੀ ਹੋਵੇ, ਭਾਵੇਂ ਕਾਂਗਰਸ ਦੀ ਹੋਵੇ, ਵਾਅਦੇ ਅਜੇ ਤੱਕ ਨਹੀਂ ਉਹ ਪੂਰੇ ਹੋਏ, ਅਜੇ ਤੱਕ ਵੀ ਲਟਕਦਾ ਜਿਹੜਾ ਹੈਗਾ ਮੁੱਦਾ ਨਜ਼ਰ ਆ ਰਿਹਾ। ਮੁੱਖ ਮੰਤਰੀ ਨੂੰ ਸੰਗ ਮੰਨਣੀ ਚਾਹੀਦੀ। ਇਹਨਾਂ ਦੇ ਧਰਨਿਆਂ 'ਚ ਪਟਿਆਲੇ ਬੈਠ ਕੇ ਮੁੱਖ ਮੰਤਰੀ ਨੇ ਅਨਾਉਂਸ ਕੀਤਾ ਸੀ ਕਿ ਸਾਡੀ ਸਰਕਾਰ ਬਣਦਿਆਂ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਤੁਹਾਨੂੰ ਲਾ ਦਿਆਂਗੇ। ਤੇ 4.5 ਸਾਲ ਹੋ ਗਏ, ਕਿੰਨੀਆਂ ਕੈਬਨਿਟ ਮੀਟਿੰਗਾਂ ਹੋ ਗਈਆਂ, ਬਲਕਿ ਹੁਣ ਤਾਂ ਸਰਕਾਰ ਜਾਣ ਵਾਲੀ ਹੈ। ਆਉਣ ਵਾਲੀ ਦੀ ਤਾਂ ਗੱਲ ਖਤਮ ਹੋ ਗਈ, ਹੁਣ ਤਾਂ ਜਾਣ ਵਾਲੀ ਹੈ। ਤੇ ਹਲੇ ਤੱਕ ਵੀ ਉਹਨਾਂ ਨੂੰ ਫਿਰ ਲਾਰੇ ਲਾਈ ਜਾਂਦੇ ਆ। ਅੱਖ ਕੇ ਬੰਦਾ ਕੀ ਨਹੀਂ ਕਰਦਾ, ਮਰਦੀ ਕੀ ਨਹੀਂ ਕਰਦੀ, ਉਹ ਗੱਲ ਹੈਗੀ ਹੈ। ਹੁਣ ਬੰਦਾ ਦੁਖੀ ਹੋਇਆ ਵਾ, ਉਹਨਾਂ ਨੂੰ ਪਤਾ ਵੀ ਇਹ ਸਰਕਾਰ ਤਾਂ ਹੁਣ ਜਾ ਰਹੀ ਹੈ ਤੇ ਉਹਨਾਂ ਦਾ ਹੱਕ ਬਣਦਾ ਵੀ ਜਿਹੜੇ ਸਾਡੇ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੁਸੀਂ ਸਾਡੀਆਂ ਮੀਟਿੰਗਾਂ ਵਿੱਚ ਵਾਅਦੇ ਕੀਤੇ ਆ ਉਹ ਪੂਰੇ ਕਰੋ। ਕਿਉਂ ਨਹੀਂ ਕਰਦੇ ਪੂਰੇ? ਸਰਕਾਰ ਉਹਨਾਂ ਵਾਅਦਿਆਂ ਤੋਂ ਭੱਜ ਰਹੀ ਹੈ ਸਾਰਾ। ਤਾਂ ਸਿਕੰਦਰ ਸਿੰਘ ਮਲੂਕਾ ਜਾਣਕਾਰੀ ਦਿੱਤੀ ਹੈ ਕਿ ਅਸ਼ਵਨੀ ਸੇਖੜੀ ਉਹਨਾਂ ਨੇ ਅੱਜ ਸ਼ਾਮਲ ਹੋਣਾ ਸੀਗਾ, ਪਰ ਸਿਹਤ ਉਹਨਾਂ ਦੀ ਨਾਸਾਜ਼ ਹੋ ਗਈ ਹੈ, ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਔਰ ਕਹਿ ਰਹੇ ਸੀ ਕਿ ਅਸੀਂ ਤਾਂ ਕਹਿੰਦੇ ਸੀ ਕਿ 10 ਕੁ ਬੰਦੇ ਆ ਕੇ ਸਰੋਪਾ ਪਵਾ ਜਾਓ, ਪਰ ਉਹਨਾਂ ਦਾ ਹੀ ਕਹਿਣਾ ਸੀ ਕਿ ਵੱਡੇ ਇਕੱਠ ਦੇ ਨਾਲ ਐਂਟਰੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਦੇ ਵਿੱਚ ਕੀਤੀ ਜਾਊਗੀ। ਹੁਣ ਵੇਖਣਾ ਹੋਊਗਾ ਕਿ ਜਦੋਂ ਉਹ ਹਸਪਤਾਲ ਦੇ ਵਿੱਚੋਂ ਠੀਕ ਹੋ ਕੇ ਬਾਹਰ ਆਉਂਦੇ ਨੇ ਤਾਂ ਵੱਡਾ ਆਪਣਾ ਕਾਡਰ ਲੈ ਕੇ ਅਕਾਲੀ ਦਲ ਦਫ਼ਤਰ ਪਹੁੰਚਦੇ ਨੇ ਜਾਂ ਫਿਰ ਕਾਂਗਰਸ ਦੇ ਵਿੱਚ ਹੀ ਰਹਿ ਕੇ ਅੱਗੇ ਆਪਣੀ ਸਿਆਸਤ ਚਮਕਾਉਂਦੇ ਨੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।